ਕੇਂਦਰੀ ਪ੍ਰੋਸੈਸਿੰਗ ਯੂਨਿਟ ਕਿਸ ਲਈ ਜ਼ਿੰਮੇਵਾਰ ਹੈ? A. ਡਾਟਾ ਸਟੋਰ ਕਰਨਾ। B. ਪ੍ਰੋਸੈਸਿੰਗ ਡੇਟਾ ਪ੍ਰਦਰਸ਼ਿਤ ਕਰਨਾ। D. ਡਾਟਾ ਸੰਚਾਰਿਤ ਕਰਨਾ। ਜਵਾਬ B. ਵਿਆਖਿਆ CPU ਕੰਪਿਊਟਰ ਦਾ ਦਿਮਾਗ ਹੈ ਜੋ ਮੈਮੋਰੀ ਵਿੱਚ ਸਟੋਰ ਕੀਤੀਆਂ ਹਦਾਇਤਾਂ ਨੂੰ ਲਾਗੂ ਕਰਕੇ ਡੇਟਾ ਨੂੰ ਪ੍ਰੋਸੈਸ ਕਰਨ ਲਈ ਜ਼ਿੰਮੇਵਾਰ ਹੈ। 2. ਕੰਪਿਊਟਰ ਆਰਕੀਟੈਕਚਰ ਦਾ ਕਿਹੜਾ ਭਾਗ CPU ਦੁਆਰਾ ਤੁਰੰਤ ਪਹੁੰਚ ਲਈ ਅਸਥਾਈ ਤੌਰ ਤੇ ਡੇਟਾ ਨੂੰ ਸਟੋਰ ਕਰਦਾ ਹੈ? ਹਾਰਡ ਡਿਸਕ ਡਰਾਈਵ, ਰੈਂਡਮ ਐਕਸੈਸ ਮੈਮੋਰੀ, ਕੇਂਦਰੀ ਪ੍ਰੋਸੈਸਿੰਗ ਯੂਨਿਟ, ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ। ਜਵਾਬ B. ਵਿਆਖਿਆ ਰੈਂਡਮ ਐਕਸੈਸ ਮੈਮੋਰੀ ਦੀ ਵਰਤੋਂ ਡੇਟਾ ਅਤੇ ਨਿਰਦੇਸ਼ਾਂ ਦੇ ਅਸਥਾਈ ਸਟੋਰੇਜ ਲਈ ਕੀਤੀ ਜਾਂਦੀ ਹੈ ਜਿਸ ਨੂੰ CPU ਨੂੰ ਤੇਜ਼ੀ ਨਾਲ ਐਕਸੈਸ ਕਰਨ ਦੀ ਲੋੜ ਹੁੰਦੀ ਹੈ। 3. ਕੰਪਿਊਟਰ ਆਰਕੀਟੈਕਚਰ ਵਿੱਚ ਮਦਰਬੋਰਡ ਦਾ ਕੀ ਮਕਸਦ ਹੈ? A. ਸਥਾਈ ਤੌਰ ਤੇ ਡਾਟਾ ਸਟੋਰ ਕਰਨ ਲਈ। ਸਾਰੇ ਅੰਦਰੂਨੀ ਭਾਗਾਂ ਨੂੰ ਜੋੜਨ ਲਈ, ਡੇਟਾ ਦੀ ਪ੍ਰਕਿਰਿਆ ਕਰਨ ਲਈ। D. ਗ੍ਰਾਫਿਕਸ ਪ੍ਰਦਰਸ਼ਿਤ ਕਰਨ ਲਈ। ਜਵਾਬ B. ਵਿਆਖਿਆ ਮਦਰਬੋਰਡ ਇੱਕ ਕੇਂਦਰੀ ਹੱਬ ਵਜੋਂ ਕੰਮ ਕਰਦਾ ਹੈ, ਵੱਖ-ਵੱਖ ਅੰਦਰੂਨੀ ਭਾਗ ਜਿਵੇਂ ਕਿ CPU, RAM, ਸਟੋਰੇਜ ਡਿਵਾਈਸਾਂ ਅਤੇ ਵਿਸਤਾਰ ਕਾਰਡਾਂ ਨੂੰ ਜੋੜਦਾ ਹੈ। 4. ਇੱਕ ਕੰਪਿਊਟਰ ਆਰਕੀਟੈਕਚਰ ਦਾ ਕਿਹੜਾ ਭਾਗ ਡੇਟਾ ਦੇ ਲੰਬੇ ਸਮੇਂ ਲਈ ਸਟੋਰੇਜ ਲਈ ਜ਼ਿੰਮੇਵਾਰ ਹੈ? A. RAM, B. CPU, HDD SSD, D. EPU। ਉੱਤਰ C. ਵਿਆਖਿਆ ਹਾਰਡ ਡਿਸਕ ਡਰਾਈਵ ਜਾਂ ਸਾਲਿਡ ਸਟੇਟ ਡਰਾਈਵ ਡੇਟਾ ਅਤੇ ਪ੍ਰੋਗਰਾਮਾਂ ਦੇ ਲੰਬੇ ਸਮੇਂ ਲਈ ਸਟੋਰੇਜ ਲਈ ਜ਼ਿੰਮੇਵਾਰ ਹੈ। 5. ਕੰਪਿਊਟਰ ਆਰਕੀਟੈਕਚਰ ਵਿੱਚ ਸੰਖੇਪ GPU ਦਾ ਕੀ ਅਰਥ ਹੈ? A. ਜਨਰਲ ਪ੍ਰੋਸੈਸਿੰਗ ਯੂਨਿਟ, B. ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ, ਗੀਗਾਬਾਈਟ ਪ੍ਰੋਸੈਸਿੰਗ ਯੂਨਿਟ, D. ਗੇਮਿੰਗ ਪ੍ਰੋਸੈਸਿੰਗ ਯੂਨਿਟ। ਜਵਾਬ B. ਵਿਆਖਿਆ GPU ਦਾ ਅਰਥ ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਹੈ ਜੋ ਕਿ ਗ੍ਰਾਫਿਕਲ ਡੇਟਾ ਨੂੰ ਪੇਸ਼ ਕਰਨ ਅਤੇ ਪ੍ਰੋਸੈਸ ਕਰਨ ਲਈ ਵਿਸ਼ੇਸ਼ ਹਾਰਡਵੇਅਰ ਹੈ। 6. ਕੰਪਿਊਟਰ ਆਰਕੀਟੈਕਚਰ ਦਾ ਕਿਹੜਾ ਭਾਗ CPU ਅਤੇ ਹੋਰ ਪੈਰੀਫਿਰਲਾਂ ਵਿਚਕਾਰ ਸੰਚਾਰ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ? A. RAM, B. EPU, C. ਨਾਰਥ ਬ੍ਰਿਜ, D. ਸਾਊਥ ਬ੍ਰਿਜ। ਉੱਤਰ C. ਵਿਆਖਿਆ ਨਾਰਥ ਬ੍ਰਿਜ ਚਿਪਸੈਟ CPU, RAM ਅਤੇ ਗ੍ਰਾਫਿਕਸ ਕਾਰਡਾਂ ਵਰਗੇ ਉੱਚ ਸਪੀਡ ਪੈਰੀਫਿਰਲਾਂ ਵਿਚਕਾਰ ਸੰਚਾਰ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ। 7. ਕੰਪਿਊਟਰ ਆਰਕੀਟੈਕਚਰ ਵਿੱਚ ਸਾਊਥ ਬ੍ਰਿਜ ਚਿਪਸੈਟ ਦੀ ਕੀ ਭੂਮਿਕਾ ਹੈ? CPU ਅਤੇ RAM ਵਿਚਕਾਰ ਸੰਚਾਰ ਦਾ ਪ੍ਰਬੰਧਨ ਕਰਨਾ, ਇਨਪੁੱਟ ਅਤੇ ਆਉਟਪੁੱਟ ਕਾਰਜਾਂ ਨੂੰ ਸੰਭਾਲਣਾ, ਡਿਸਪਲੇ ਲਈ ਗ੍ਰਾਫਿਕਸ ਤਿਆਰ ਕਰਨਾ, D. ਗਣਿਤ ਅਤੇ ਲਾਜ਼ੀਕਲ ਕਾਰਵਾਈਆਂ ਨੂੰ ਚਲਾਉਣਾ। ਜਵਾਬ B. ਸਪਸ਼ਟੀਕਰਨ ਸਾਊਥ ਬ੍ਰਿਜ ਚਿਪਸੈਟ ਇਨਪੁੱਟ ਅਤੇ ਆਉਟਪੁੱਟ ਓਪਰੇਸ਼ਨਾਂ ਨੂੰ ਸੰਭਾਲਦਾ ਹੈ ਜਿਸ ਵਿੱਚ ਡਿਵਾਈਸਾਂ ਜਿਵੇਂ USB ਪੋਰਟਾਂ, ਆਡੀਓ ਇੰਟਰਫੇਸ ਅਤੇ ਨੈਟਵਰਕਿੰਗ ਭਾਗਾਂ ਨਾਲ ਸੰਚਾਰ ਸ਼ਾਮਲ ਹੈ। 8. ਕੰਪਿਊਟਰ ਆਰਕੀਟੈਕਚਰ ਦਾ ਕਿਹੜਾ ਭਾਗ ਡਿਸਪਲੇ ਲਈ ਆਉਟਪੁੱਟ ਲਈ CPU ਤੋਂ ਡਿਜੀਟਲ ਡੇਟਾ ਨੂੰ ਐਨਾਲਾਗ ਸਿਗਨਲਾਂ ਵਿੱਚ ਬਦਲਦਾ ਹੈ? A. RAM, B. CPU, EPU, D. DAC। ਜਵਾਬ D. ਵਿਆਖਿਆ ਇੱਕ ਡਿਜੀਟਲ ਟੂ ਐਨਾਲਾਗ ਕਨਵਰਟਰ DAC ਇੱਕ ਡਿਸਪਲੇ ਡਿਵਾਈਸ ਦੁਆਰਾ ਲੋੜੀਂਦੇ ਐਨਾਲਾਗ ਸਿਗਨਲਾਂ ਵਿੱਚ CPU ਤੋਂ ਡਿਜੀਟਲ ਡੇਟਾ ਨੂੰ ਬਦਲਦਾ ਹੈ। 9. ਕੰਪਿਊਟਰ ਆਰਕੀਟੈਕਚਰ ਵਿੱਚ ਹਦਾਇਤ ਸੈੱਟ ਸ਼ਬਦ ਦਾ ਕੀ ਅਰਥ ਹੈ? A. ਸੌਫਟਵੇਅਰ ਪ੍ਰੋਗਰਾਮਾਂ ਦਾ ਇੱਕ ਸਮੂਹ, B. ਹਾਰਡਵੇਅਰ ਭਾਗਾਂ ਦਾ ਇੱਕ ਸਮੂਹ, CPU ਦੁਆਰਾ ਸਮਝੀਆਂ ਗਈਆਂ ਹਦਾਇਤਾਂ ਦਾ ਇੱਕ ਸਮੂਹ, D. ਸੰਚਾਰ ਪ੍ਰੋਟੋਕੋਲ ਦਾ ਇੱਕ ਸਮੂਹ। ਉੱਤਰ C। ਵਿਆਖਿਆ ਨਿਰਦੇਸ਼ ਸੈੱਟ CPU ਦੁਆਰਾ ਸਮਝੇ ਗਏ ਕਮਾਂਡਾਂ ਅਤੇ ਓਪਰੇਸ਼ਨਾਂ ਦੇ ਇੱਕ ਸਮੂਹ ਨੂੰ ਦਰਸਾਉਂਦਾ ਹੈ। ਇਸ ਦੀ ਸਮਰੱਥਾ ਅਤੇ ਕਾਰਜਕੁਸ਼ਲਤਾ ਨੂੰ ਪਰਿਭਾਸ਼ਿਤ ਕਰਦਾ ਹੈ। 10. ਕੰਪਿਊਟਰ ਆਰਕੀਟੈਕਚਰ ਵਿੱਚ ਕੈਸ਼ ਮੈਮੋਰੀ ਦਾ ਕੀ ਮਕਸਦ ਹੈ? A. ਡੇਟਾ ਦੀ ਲੰਬੇ ਸਮੇਂ ਦੀ ਸਟੋਰੇਜ, ਅਕਸਰ ਐਕਸੈਸ ਕੀਤੇ ਡੇਟਾ ਦੀ ਅਸਥਾਈ ਸਟੋਰੇਜ, ਗ੍ਰਾਫਿਕਸ ਪ੍ਰਦਰਸ਼ਿਤ ਕਰਨਾ, D. ਅੰਕਗਣਿਤ ਦੇ ਕਾਰਜਾਂ ਦੀ ਪ੍ਰਕਿਰਿਆ ਕਰਨਾ। ਜਵਾਬ B। ਵਿਆਖਿਆ ਕੈਸ਼ ਮੈਮੋਰੀ ਦੀ ਵਰਤੋਂ CPU ਓਪਰੇਸ਼ਨਾਂ ਨੂੰ ਤੇਜ਼ ਕਰਨ ਲਈ ਅਕਸਰ ਐਕਸੈਸ ਕੀਤੇ ਡੇਟਾ ਅਤੇ ਨਿਰਦੇਸ਼ਾਂ ਦੀ ਅਸਥਾਈ ਸਟੋਰੇਜ ਲਈ ਕੀਤੀ ਜਾਂਦੀ ਹੈ। 11. ਕੰਪਿਊਟਰ ਆਰਕੀਟੈਕਚਰ ਵਿੱਚ ਕਿਹੜੀ ਕਿਸਮ ਦੀ ਮੈਮੋਰੀ ਗੈਰ ਸਥਿਰ ਹੁੰਦੀ ਹੈ ਅਤੇ ਪਾਵਰ ਬੰਦ ਹੋਣ
ਤੇ ਵੀ ਡਾਟਾ ਬਰਕਰਾਰ ਰੱਖਦੀ ਹੈ। ਏ ਰੈਮ, ਬੀ ਰੋਮ, ਕੈਸ਼ ਮੈਮੋਰੀ, ਡੀ ਵਰਚੁਅਲ ਮੈਮੋਰੀ। ਜਵਾਬ ਬੀ ਵਿਆਖਿਆ ਰੀਡ ਓਨਲੀ ਮੈਮੋਰੀ ਗੈਰ ਸਥਿਰ ਮੈਮੋਰੀ ਹੈ ਜੋ ਪਾਵਰ ਬੰਦ ਹੋਣ ਤੇ ਵੀ ਆਪਣੀ ਸਮੱਗਰੀ ਨੂੰ ਬਰਕਰਾਰ ਰੱਖਦੀ ਹੈ। ਆਮ ਤੌਰ ਤੇ ਫਰਮਵੇਅਰ ਅਤੇ ਬੂਟ ਨਿਰਦੇਸ਼ਾਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ। 12 ਕੰਪਿਊਟਰ ਆਰਕੀਟੈਕਚਰ ਵਿੱਚ ਇਨਪੁਟ ਆਉਟਪੁੱਟ ਇੱਕ ਕੰਟਰੋਲਰ ਦਾ ਕੰਮ ਕੀ ਹੈ? CPU ਅਤੇ RAM ਵਿਚਕਾਰ ਸੰਚਾਰ ਦਾ ਪ੍ਰਬੰਧਨ ਕਰਨਾ। ਬੀ ਗ੍ਰਾਫਿਕਸ ਡੇਟਾ ਨੂੰ ਪ੍ਰੋਸੈਸ ਕਰਨਾ। CPU ਅਤੇ ਪੈਰੀਫਿਰਲ ਵਿਚਕਾਰ ਸੰਚਾਰ ਨੂੰ ਸੰਭਾਲਣਾ। ਡੀ ਗਣਿਤ ਦੇ ਕਾਰਜਾਂ ਨੂੰ ਚਲਾਉਣਾ। ਉੱਤਰ ਸੀ ਵਿਆਖਿਆ ਆਇਓ ਕੰਟਰੋਲਰ CPU ਅਤੇ ਪੈਰੀਫਿਰਲ ਜਿਵੇਂ ਕਿ ਕੀਬੋਰਡ, ਮਾਊਸ, ਪ੍ਰਿੰਟਰ ਅਤੇ ਸਟੋਰੇਜ ਡਿਵਾਈਸਾਂ ਵਿਚਕਾਰ ਸੰਚਾਰ ਦਾ ਪ੍ਰਬੰਧਨ ਕਰਦਾ ਹੈ। 13 ਕੰਪਿਊਟਰ ਆਰਕੀਟੈਕਚਰ ਵਿੱਚ ELU ਸ਼ਬਦ ਦਾ ਕੀ ਅਰਥ ਹੈ? ਏ ਅੰਕਗਣਿਤ ਅਤੇ ਤਰਕ ਇਕਾਈ। ਐਰ ਐਡਵਾਂਸਡ ਲਰਨਿੰਗ ਯੂਨਿਟ, ਐਪਲੀਕੇਸ਼ਨ ਲੇਅਰ ਯੂਨਿਟ। ਡੀ ਐਕਸੈਸ ਲਿੰਕਿੰਗ ਯੂਨਿਟ। ਉੱਤਰ ਏ ਵਿਆਖਿਆ ELU ਦਾ ਅਰਥ ਹੈ ਅੰਕਗਣਿਤ ਅਤੇ ਤਰਕ ਇਕਾਈ। CPU ਦਾ ਇੱਕ ਬੁਨਿਆਦੀ ਹਿੱਸਾ ਜੋ ਅੰਕਗਣਿਤ ਅਤੇ ਤਰਕਪੂਰਨ ਕਾਰਵਾਈਆਂ ਨੂੰ ਚਲਾਉਣ ਲਈ ਜ਼ਿੰਮੇਵਾਰ ਹੈ। 14 ਕੰਪਿਊਟਰ ਆਰਕੀਟੈਕਚਰ ਵਿੱਚ ਸਿਸਟਮ ਬੱਸ ਦੀ ਕੀ ਭੂਮਿਕਾ ਹੈ? CPU ਨੂੰ ਪੈਰੀਫਿਰਲ ਡਿਵਾਈਸਾਂ ਨਾਲ ਕਨੈਕਟ ਕਰਨਾ। ਬੀ ਅਸਥਾਈ ਤੌਰ ਤੇ ਡਾਟਾ ਸਟੋਰ ਕਰਨਾ। ਗ੍ਰਾਫਿਕਲ ਡੇਟਾ ਨੂੰ ਪ੍ਰੋਸੈਸ ਕਰਨਾ। CPU, RAM ਅਤੇ ਹੋਰ ਭਾਗਾਂ ਵਿਚਕਾਰ ਸੰਚਾਰ ਦਾ ਪ੍ਰਬੰਧਨ ਕਰਨਾ। ਜਵਾਬ ਡੀ ਵਿਆਖਿਆ ਸਿਸਟਮ ਬੱਸ ਇੱਕ ਸੰਚਾਰ ਮਾਰਗ ਹੈ ਜੋ CPU, RAM ਅਤੇ ਹੋਰ ਹਿੱਸਿਆਂ ਨੂੰ ਜੋੜਦਾ ਹੈ, ਡਾਟਾ ਟ੍ਰਾਂਸਫਰ ਅਤੇ ਕੰਟਰੋਲ ਸਿਗਨਲਾਂ ਦੀ ਸਹੂਲਤ ਦਿੰਦਾ ਹੈ। 15 ਕੰਪਿਊਟਰ ਆਰਕੀਟੈਕਚਰ ਦਾ ਕਿਹੜਾ ਕੰਪੋਨੈਂਟ ਵੱਖ-ਵੱਖ ਅੰਦਰੂਨੀ ਹਿੱਸਿਆਂ ਲਈ ਪਾਵਰ ਡਿਸਟ੍ਰੀਬਿਊਸ਼ਨ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੈ? ਏ UPS ਬੇਰੋਕ ਬਿਜਲੀ ਸਪਲਾਈ। ਐਰ ਪਾਵਰ ਸਪਲਾਈ ਯੂਨਿਟ, ਵੋਲਟੇਜ ਰੈਗੂਲੇਟਰ ਮੋਡਿਊਲ, ਬੇਸਿਕ ਇਨਪੁਟ ਆਉਟਪੁੱਟ ਸਿਸਟਮ। ਜਵਾਬ ਬੀ ਵਿਆਖਿਆ ਪਾਵਰ ਸਪਲਾਈ ਯੂਨਿਟ ਮੇਨ ਤੋਂ AC ਪਾਵਰ ਨੂੰ DC ਪਾਵਰ ਵਿੱਚ ਬਦਲਣ ਅਤੇ ਇਸ ਨੂੰ ਕੰਪਿਊਟਰ ਦੇ ਵੱਖ-ਵੱਖ ਅੰਦਰੂਨੀ ਹਿੱਸਿਆਂ ਵਿੱਚ ਵੰਡਣ ਲਈ ਜ਼ਿੰਮੇਵਾਰ ਹੈ। 16 ਕੰਪਿਊਟਰ ਆਰਕੀਟੈਕਚਰ ਵਿੱਚ ਬੇਸਿਕ ਇਨਪੁਟ ਆਉਟਪੁੱਟ ਸਿਸਟਮ ਦਾ ਕੀ ਮਕਸਦ ਹੈ? ਏ ਪਾਵਰ ਵੰਡ ਦਾ ਪ੍ਰਬੰਧਨ ਕਰਨਾ। ਬੀ ਗ੍ਰਾਫਿਕਲ ਡੇਟਾ ਨੂੰ ਪ੍ਰੋਸੈਸ ਕਰਨਾ। ਹਾਰਡਵੇਅਰ ਦਾ ਨੀਵਾਂ ਪੱਧਰ ਨਿਯੰਤਰਣ ਪ੍ਰਦਾਨ ਕਰਨਾ। ਡੀ ਅਸਥਾਈ ਡੇਟਾ ਨੂੰ ਸਟੋਰ ਕਰਨਾ। ਉੱਤਰ ਸੀ ਵਿਆਖਿਆ ਬਾਇਓਸ ਹਾਰਡਵੇਅਰ ਦਾ ਨੀਵਾਂ ਪੱਧਰ ਨਿਯੰਤਰਣ ਪ੍ਰਦਾਨ ਕਰਦਾ ਹੈ। ਬੂਟ ਪ੍ਰਕਿਰਿਆ ਦੌਰਾਨ ਜ਼ਰੂਰੀ ਸਿਸਟਮ ਭਾਗਾਂ ਨੂੰ ਸ਼ੁਰੂ ਕਰਨਾ ਅਤੇ ਸੰਰਚਿਤ ਕਰ